ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਇੱਕ ਕਵਾਉ ਪਸਾਉ ਕਰ ਓੰਕਾਰ ਅਕਾਰ ਪਾਸਾਰਾ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਦੇ ਨਾਲ, ਇੱਕ ਬੋਲ ਦੇ ਨਾਲ ਇਹ ਜਿਹੜਾ ਸਾਰਾ ਸੰਸਾਰ ਹੈ, ਇਹ ਜੋ ਪਸਾਰਾ ਨਜ਼ਰ ਆਉਂਦਾ ਹੈ ਉਹਨੂੰ ਬਣਾਇਆ ਹੈ। ਜਪਜੀ ਸਾਹਿਬ ਦੇ ਅੰਦਰ ਇਹਨੂੰ ਅਸੀਂ ਇੱਦਾਂ ਪੜ੍ਹਦੇ ਹਾਂ, ਕੀਤਾ ਪਸਾਉ ਏਕੋ ਕਵਾਉ। ਕਵਾਉ ਦਾ ਮਤਲਬ ਹੁੰਦਾ ਹੈ ਬੋਲ। ਇੱਕ ਕਵਾਉ ਪਸਾਉ ਕਰ ਓੰਕਾਰ ਅਕਾਰ ਪਸਾਰਾ। ਜਿੰਨਾ ਵੀ ਆ ਸੰਸਾਰ ਨਜ਼ਰ ਆਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਇੱਕ ਹੁਕਮ ਤੋਂ, ਆਪਣੇ ਇੱਕ ਬੋਲ ਤੋਂ ਪੈਦਾ ਕੀਤਾ ਹੈ। ਤੇ ਫਿਰ ਇਸ ਪਸਾਰੇ ਦੇ ਵਿੱਚ, ਇਸ ਯੂਨੀਵਰਸ ਦੇ ਵਿੱਚ ਹੈ ਕੀ ਹੈ? ਪੌਣ ਪਾਣੀ ਬੈ ਸੰਤਰੋ ਧਰਤ ਆਗਾਸ ਧਰੇ ਨਿਰਧਾਰਾ। ਇਹਨੂੰ ਅਸੀਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਸ ਬ੍ਰਹਮੰਡ ਨੂੰ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਦੇ ਵਿੱਚ ਬਣਾਇਆ ਹੈ, ਉਹਦੇ ਵਿੱਚ ਉਹਨੇ ਕੀ ਕੀਤਾ ਹੈ? ਪੌਣ ਹਵਾ, ਪਾਣੀ ਪਾਣੀ, ਬੈਸੰਤਰੋ ਅੱਗ, ਧਰਤ ਧਰਤੀ, ਆਗਾਸ ਆਕਾਸ਼, ਧਰੇ ਨਿਰਧਾਰਾ, ਬਿਨਾਂ ਕਿਸੇ ਆਸਰੇ ਦੇ ਉੱਤੇ ਟਿਕਾਏ ਹੋਏ ਨੇ। ਹੁਣ ਤੇ ਸਾਡੇ ਕੋਲ ਧਰਤੀ ਤੋਂ ਬਾਹਰ ਦੀਆਂ ਫੋਟੋਆਂ ਵੀ ਆ ਗਈਆਂ, ਨਹੀਂ ਤਾਂ ਸਾਡੇ ਦੇਸ਼ ਦੇ ਵਿੱਚ ਇਹ ਵੀ ਖਿਆਲ ਪ੍ਰਚਲਿਤ ਰਹਿੰਦਾ ਸੀ ਵੀ ਧਰਤੀ ਜਿਹੜੀ ਹੈ ਉਹ ਕਿਸੇ ਬਲਦ ਨੇ ਆਪਣੇ ਸਿੰਗਾਂ ਦੇ ਉੱਤੇ ਚੁੱਕੀ ਹੋਈ ਹੈ, ਤੇ ਜਦੋਂ ਉਹ ਸਿੰਗ ਬਦਲਦਾ ਹੈ, ਇਹ ਪਹਿਲੇ ਸਿੰਗ ਤੋਂ ਰਿਪਲੇਸ ਕਰਦਾ ਹੈ ਦੂਸਰੇ ਸਿੰਗ ਦੇ ਨਾਲ, ਤੇ ਧਰਤੀ ਦੇ ਉੱਤੇ ਭੁਚਾਲ ਆ ਜਾਂਦਾ ਹੈ। ਇਹ ਪਹਿਲਾਂ ਖਿਆਲ ਸਾਡੇ ਦੇਸ਼ ਦੇ ਵਿੱਚ ਪ੍ਰਚਲਿਤ ਰਿਹਾ ਹੈ। ਹਜ਼ੂਰ ਕਹਿੰਦੇ, ਰੱਬ ਨੇ ਕਿਰਪਾ ਕੀਤੀ ਹੈ, ਪੌਣ ਪਾਣੀ ਬੈ ਸੰਤਰੋ ਧਰਤ ਆਗਾਸ ਧਰੇ ਨਿਰਧਾਰਾ। ਬਿਨਾਂ ਕਿਸੇ ਆਸਰੇ ਦੇ ਉੱਤੇ ਇਹ ਚੀਜ਼ਾਂ ਟਿਕਾਈਆਂ ਹੋਈਆਂ ਨੇ। ਧਰਤੀ ਕਿਸੇ ਆਸਰੇ ਦੇ ਉੱਤੇ ਨਹੀਂ ਟਿਕੀ ਹੋਈ ਹੈ। ਹੁਣ ਤੇ ਸਾਡੇ ਕੋਲ ਫੋਟੋਆਂ ਵੀ ਆ ਗਈਆਂ। ਉਹ ਨਿਯਮ ਨੇ ਜਿਨ੍ਹਾਂ ਨਿਯਮਾਂ ਦੇ ਅਧੀਨ ਚੱਲਦੀ ਹੈ, ਪਰ ਇਹ ਨਹੀਂ ਵੀ ਉਹਨੂੰ ਕਿਸੇ ਪਿੱਲਰ ਦੇ ਹੇਠਾਂ ਉੱਤੇ ਰੱਖਿਆ ਹੋਇਆ ਵੀ ਉਹ ਹਿੱਲੇ ਨਾ, ਕਿਤੇ ਡੋਲ ਨਾ ਜਾਵੇ। ਹਾਲਾਂਕਿ ਆਪਣੀ ਚਾਲ ਦੇ ਵਿੱਚ, ਆਪਣੀ ਸਪੀਡ ਦੇ ਵਿੱਚ ਉਹ ਘੁੰਮਦੀ ਵੀ ਪਈ ਹੈ। ਰੋਮ ਰੋਮ ਵਿੱਚ ਰੱਖੇ ਓਨ ਕਰ ਵਰ ਭੰਡ ਕਰੋੜ ਅਕਾਰਾ। ਸਾਡਾ ਜਿਹੜਾ ਆ ਬ੍ਰਹਮੰਡ ਹੈ, ਜਿਹਦੇ ਨਾਲ ਸਾਡਾ ਸੰਬੰਧ ਬਣ ਜਾਂਦਾ ਹੈ, ਜਾਂ ਇੱਦਾਂ ਕਹਿ ਲਈਏ ਵੀ ਸਾਡਾ ਜਿਹੜਾ ਸੋਲਰ ਸਿਸਟਮ ਹੈ, ਅਜੇ ਜਿੰਨਾ ਕੁ ਮੈਂ ਇਹਦੇ ਬਾਰੇ ਪੜ੍ਹਿਆ ਹੈ, ਮੈਂ ਅੰਤਿਮ ਨਿਰਣਾ ਨਹੀਂ ਦਿੰਦਾ ਇਹਦੇ ਬਾਰੇ, ਪਰ ਵਿਚਾਰਵਾਨ ਕਹਿੰਦੇ ਨੇ ਅਜੇ ਅਸੀਂ 10% ਹੀ ਇਹਦੇ ਬਾਰੇ ਵੇਖਿਆ ਹੈ। 90% ਤੇ ਇਹਦੇ ਬਾਰੇ ਅਸੀਂ ਅਜੇ ਵੇਖਿਆ ਵੀ ਨਹੀਂ ਹੈ ਤੇ ਸੋਚਿਆ ਵੀ ਨਹੀਂ ਹੈ। ਇਸ 10% ਦੇ ਵਿੱਚ ਹੀ ਵੇਖੋ ਵੀ ਕਿੰਨਾ ਕੁਝ ਹੋ ਗਿਆ। ਇਹਦੇ ਵਿੱਚ ਹੀ ਜਿਹੜੇ ਨੇ ਨਿਊਟਰਾਨ ਆ ਜਾਂਦੇ ਨੇ, ਇਲੈਕਟ੍ਰੋਨ ਆ ਜਾਂਦੇ ਨੇ। ਇਹਦੇ ਵਿੱਚ ਹੀ ਤੁਹਾਨੂੰ ਸਪੀਡ ਇੱਦਾਂ ਦੀ ਮਿਲ ਜਾਵੇਗੀ ਵੀ ਲਾਈਟ ਤੋਂ ਵੀ ਜ਼ਿਆਦਾ ਸਪੀਡ ਜਿਹੜੀਆਂ ਚੀਜ਼ਾਂ ਦੀ ਹੈ, ਉਹ ਅਜੇ ਚਲੋ ਖੋਜ ਪੂਰੀ ਤਰ੍ਹਾਂ ਉਹਨੂੰ ਮੰਨਿਆ ਨਹੀਂ ਗਿਆ। ਸਭ ਤੋਂ ਜ਼ਿਆਦਾ ਸਪੀਡ ਜਿਹੜੀ ਹੈ ਉਹ ਲਾਈਟ ਦੀ ਮੰਨੀ ਜਾਂਦੀ ਹੈ, ਸਭ ਤੋਂ ਜ਼ਿਆਦਾ ਤੇਜ਼ ਇਹ ਚੱਲਦੀ ਹੈ। ਪਰ ਕੁਝ ਚੀਜ਼ਾਂ ਹੈ ਨੇ, ਹੋ ਸਕਦਾ ਹੈ ਅਜੇ ਖੋਜ ਦੇ ਵਿੱਚ ਆ ਜਾਣ, ਉਹ ਲਾਈਟ ਤੋਂ ਵੀ ਤੇਜ਼ ਨੇ। ਪਿੱਛੇ ਜੇ ਖੋਜ ਕੀਤੀ ਗਈ ਸੀ ਪਰ ਉਹਨੂੰ ਅਜੇ ਅਪਰੂਵ ਨਹੀਂ ਕੀਤਾ ਗਿਆ। ਇਹ ਚੱਲਦਾ ਪਿਆ ਹੈ ਕੰਮ, ਸ਼ਾਇਦ ਕੁਝ ਲੱਭ ਜਾਵੇ। ਤੇ ਹੋਰ ਵੇਖੋ, ਤਾਰੇ ਇੰਨੇ ਦੂਰ ਵੀ ਸਾਡੇ ਸਾਲਾਂ ਦੇ ਨਾਲ ਤੇ ਉਹਨਾਂ ਨੂੰ ਮਿਲਿਆ ਵੀ ਨਹੀਂ ਜਾਂਦਾ ਵੀ ਕਿੰਨੇ ਸਾਲ ਨੇ। ਉਹਨਾਂ ਦੇ ਲਾਈਟ ਈਅਰਸ ਵੱਖਰੇ ਨੇ ਸਾਡੇ ਨਾਲੋਂ, ਉਹਨਾਂ ਦੇ ਵਿੱਚ ਸਾਡੇ ਕਈ ਸਾਲ ਆ ਜਾਂਦੇ ਨੇ। ਰੱਬ ਜਿਹੜਾ ਅਸੀਂ ਯੂਨੀਵਰਸ ਵੇਖਦੇ ਹਾਂ, ਉਹਦਾ 10% ਅਜੇ ਅਸੀਂ ਜਾਣਿਆ, ਵੇਖਿਆ ਉਹ ਵੀ ਨਹੀਂ। ਸਿਰਫ ਕੁਝ ਕਿਤਾਬਾਂ ਦੇ ਵਿੱਚ ਤੇ ਕੁਝ ਸਾਇੰਸਦਾਨਾਂ ਨੇ ਥੋੜ੍ਹਾ ਬਹੁਤਾ ਸਾਨੂੰ ਦੱਸ ਦਿੱਤਾ। 90% ਉਹਦੇ ਬਾਰੇ ਸਾਨੂੰ ਵੀ ਕੁਝ ਨਹੀਂ ਪਤਾ, ਉਹਦੇ ਵਿੱਚ ਕੀ ਸੰਭਾਵਨਾਵਾਂ ਨੇ। ਪਰ ਰੱਬ ਲਈ ਕੀ ਹੈ? ਰੋਮ ਰੋਮ ਵਿੱਚ ਰੱਖਿਓਨ ਕਰ ਭੰਡ ਕਰੋੜ ਅਕਾਰਾ। ਇਹੋ ਜਿਹੇ ਕਰੋੜਾਂ ਬ੍ਰਹਿਮੰਡਾਂ ਦੇ ਆਕਾਰ ਰੱਬ ਦੇ ਰੋਮ ਦੇ ਵਿੱਚ ਹੀ ਨੇ। ਇੱਥੇ ਭਾਵੇਂ ਨਹੀਂ ਵੀ ਰੱਬ ਕਿਤੇ ਬੜੀ ਇੱਦਾਂ ਬੰਦਿਆਂ ਵਾਲੀ ਸ਼ਕਲ ਬਣਾ ਕੇ ਬੈਠਾ ਹੈ। ਅਸਲ ਦੇ ਵਿੱਚ ਕੀ ਹੈ? ਹੁਣ ਸਾਡਾ ਸਰੀਰ ਹੈ ਤੇ ਸਾਡੇ ਸਰੀਰ ਦੇ ਉੱਤੇ ਰੋਮ ਨੇ, ਕੇਸ ਨੇ। ਸਾਡੇ ਕੇਸ ਦੇ ਉੱਤੇ ਕਿੰਨੀਆਂ ਕੁ ਚੀਜ਼ਾਂ ਟਿਕ ਜਾਣਗੀਆਂ? ਜਿਹੜਾ ਸਾਡੀਆਂ ਬਾਹਾਂ ਦੇ ਉੱਤੇ ਕੇਸ ਨੇ, ਮੱਥੇ ਦੇ ਉੱਤੇ ਕੇਸ ਨੇ, ਸਿਰ ਤੇ ਕੇਸ ਨੇ, ਕਿੰਨੀ ਕੁ ਚੀਜ਼ ਟਿਕ ਸਕਦੀ ਹੈ ਇਹਦੇ ਉੱਤੇ? ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਰੱਬ ਜਿਹੜਾ ਹੈ, ਉਹਦੇ ਇੱਕ ਰੋਮ ਦੇ ਵਿੱਚ, ਜਿਹੜੇ ਸਰੀਰ ਨੂੰ ਕੇਸ ਲੱਗੇ ਨੇ, ਇੱਕ ਰੋਮ ਦੇ ਉੱਤੇ ਇਹੋ ਜਿਹੇ ਕਰੋੜਾਂ ਬ੍ਰਹਮੰਡ ਟਿਕੇ ਹੋਏ ਨੇ।
मतलब रब कितना बेअंत होवेगा। फिर कह देवां ਇਹ ਇਦਾਂ ਦੀ ਵਿਆਖਿਆ ਨਹੀਂ ਹੈ ਵੀ ਸ਼ਾਇਦ ਰੱਬ ਕਿਤੇ ਮੂਰਤੀ ਵਾਲੇ ਪਾਸੇ ਦੇ ਵਿੱਚ ਹੈ ਤੇ ਉਹਦੇ ਉੱਤੇ ਬ੍ਰਹਮੰਡ ਟਿਕੇ ਹੋਏ ਨੇ, ਨਹੀਂ, ਇਦਾਂ ਨਹੀਂ ਹੈ। ਇੱਕ ਸਮਝ ਦੀ ਖਾਤਰ ਹੈ ਵੀ ਆਹ ਬ੍ਰਹਮੰਡ ਏਡਾ ਵੱਡਾ ਹੈ, ਰੱਬ ਲਈ ਇਹ ਕੀ ਹੈ, ਰੱਬ ਦੇ ਤੇ ਸਮਝ ਲਓ ਇੱਕ ਕੇਸ ਦੇ ਉੱਤੇ ਇਹੋ ਜਿਹੇ ਕਰੋੜਾਂ ਬ੍ਰਹਮੰਡ ਟਿਕੇ ਹੋਏ ਨੇ। ਕਰ ਬ੍ਰਹਮੰਡ ਕਰ ਵਰਭੰਡ ਕਰੋੜ ਅਕਾਰਾ, ਪੂਰਨ ਪਾਰ ਬ੍ਰਹਮ ਪੂਰਨ ਬ੍ਰਹਮ, ਅਗੰਮ ਅਗੋਚਰ ਅਲਖ ਅਪਾਰਾ। ਉਹ ਜਿਹੜਾ ਵਾਹਿਗੁਰੂ ਹੈ ਉਹ ਸਾਰਿਆਂ ਦਾ ਮਾਲਕ ਹੈ। ਫਿਰ ਕਿਵੇਂ ਹੈ? ਕੰਪਲੀਟ ਹੈ, ਪੂਰਨ ਹੈ। ਅਗੰਮ ਅਗੋਚਰ, ਅਗੰਮ ਦਾ ਮਤਲਬ ਹੈ ਜਿੱਥੋਂ ਤੱਕ ਗਮਨ ਨਹੀਂ ਕੀਤਾ ਜਾ ਸਕਦਾ, ਇੰਦਰੀਆਂ ਦੀ ਜਿਹਦੇ ਤੱਕ ਪਹੁੰਚ ਨਹੀਂ ਹੈ। ਅਗੋਚਰ ਜਿਹੜਾ ਹੈ ਜਿਹਦੇ ਬਾਰੇ ਇਦਾਂ ਕਹਿ ਲਓ ਵੀ ਸਾਡੀ ਸਮਝ ਤੋਂ ਪਰੇ ਹੈ। ਅਲਖ ਜਿਹੜਾ ਹੈ ਜਿਹਦੇ ਬਾਰੇ ਲਖਿਆ ਨਹੀਂ ਜਾ ਸਕਦਾ। ਅਗੰਮ ਅਗੋਚਰ ਅਲਖ, ਜਿਹਦੇ ਤੱਕ ਇੰਦਰੇ ਨਹੀਂ ਪਹੁੰਚ ਸਕਦੇ, ਜਿਹਦੇ ਤੱਕ ਬੁੱਧੀ ਨਹੀਂ ਸੋਚ ਸਕਦੀ। ਅਲਖ ਅਪਾਰਾ, ਉਹ ਇੰਨਾ ਬੇਅੰਤ ਹੈ, ਇਹਨਾਂ ਚੀਜ਼ਾਂ ਤੋਂ ਪਰੇ ਹੈ। ਫਿਰ ਕੀ ਹੈ? ਪਿਰਮ ਪਿਆਲਾ ਵਸ ਹੋਏ, ਉਹ ਜਿਹੜਾ ਮਾਲਕ ਹੈ ਜਿਹਨੇ ਇੰਨਾ ਬ੍ਰਹਮੰਡ ਬਣਾਇਆ ਹੈ ਤੇ ਜਿਹੜਾ ਆਪ ਇੰਨਾ ਬੇਅੰਤ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਵਾਹਿਗੁਰੂ ਨਾ ਇੱਕ ਚੀਜ਼ ਦੇ ਵਸ ਦੇ ਵਿੱਚ ਹੋ ਜਾਂਦਾ ਹੈ। ਵਸ ਦੇ ਵਿੱਚ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਕਹਾਂ ਜੀ ਰੱਬ ਭਗਤਾਂ ਦੇ ਵਸ ਦੇ ਵਿੱਚ ਆ ਗਿਆ ਹੈ ਤੇ ਹੁਣ ਰੱਬ ਨੂੰ ਉਹਨਾਂ ਨੇ ਆਪਣਾ ਨੌਕਰ ਬਣਾ ਲਿਆ। ਵਸ ਦੇ ਵਿੱਚ ਆਉਣ ਦਾ ਮਤਲਬ ਇਹ ਨਹੀਂ ਹੁੰਦਾ। ਵਸ ਦੇ ਵਿੱਚ ਆਉਣ ਦਾ ਮਤਲਬ ਇਹ ਹੁੰਦਾ ਹੈ ਵੀ ਅਸਲ ਦੇ ਵਿੱਚ ਭਗਤ ਤੇ ਰੱਬ ਦਾ ਪਿਆਰ ਬਣ ਗਿਆ ਹੈ। ਜੋ ਰੱਬ ਕਹਿ ਰਿਹਾ ਹੈ ਉਹ ਭਗਤ ਨੂੰ ਚੰਗਾ ਲੱਗਦਾ ਹੈ, ਜੋ ਭਗਤ ਕਹਿ ਰਿਹਾ ਹੈ ਉਹ ਰੱਬ ਨੂੰ ਚੰਗਾ ਲੱਗਦਾ ਹੈ। ਪਿਰਮ ਪਿਆਲਾ ਵਸ ਹੋਏ, ਭਗਤ ਵਸ਼ਲ ਹੋਏ ਸਿਰਜਣਹਾਰਾ। ਰੱਬ ਨਾ ਕਹਿੰਦੇ ਪਿਆਰ ਦੇ ਪਿਆਲੇ ਦੇ ਵਸ ਦੇ ਵਿੱਚ ਹੋ ਜਾਂਦਾ ਹੈ। ਉਹ ਇੱਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੋਲ ਹੈ। ਮਹਾਰਾਜ ਜੀ ਨੇ ਇੱਕ ਗੱਲ ਬੋਲੀ ਹੈ, ਭਗਤ ਵਛਲ ਹੋਏ ਸਿਰਜਣਹਾਰਾ। ਭਗਤੀ ਨੂੰ ਪਿਆਰ ਕਰਨ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ, ਤੇ ਵਸ ਵਿੱਚ ਹੁੰਦਾ ਹੈ ਜਿਹੜੇ ਪਿਆਰ ਦੇ ਨਾਲ ਉਹਦੀ ਭਗਤੀ ਕਰਦੇ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ। ਜਿੰਨੇ ਮਰਜ਼ੀ ਬੰਦਾ ਘਿਣਾਉਣੇ ਕੰਮ ਕਰਦਾ ਰਵੇ ਵੀ ਮੈਂ ਚੰਗੇ ਕੱਪੜੇ ਨਹੀਂ ਪਾਉਣੇ, ਮੈਂ ਇਸ਼ਨਾਨ ਆਦਿਕ ਨਹੀਂ ਕਰਨਾ, ਸਤਿਗੁਰੂ ਕਹਿੰਦੇ ਐ ਵਾਹਿਗੁਰੂ ਤੂੰ ਨਹੀਂ ਵਸ ਦੇ ਵਿੱਚ ਆਉਂਦਾ। ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ। ਬੰਦਾ ਜਿੰਨੇ ਮਰਜ਼ੀ ਧਾਰਮਿਕ ਪਾਠ ਕਰਦਾ ਫਿਰੇ ਤੇ ਉਹਨੂੰ ਲੱਗੇ ਵੀ ਹੁਣ ਰੱਬ ਮੇਰੇ ਵਸ ਦੇ ਵਿੱਚ ਆ ਗਿਆ ਹੈ। ਰੱਬ ਇਹਨਾਂ ਪਾਠਾਂ ਤੋਂ ਕਿਤੇ ਉੱਤੇ ਹੈ, ਉਹ ਇਹਨਾਂ ਪਾਠਾਂ ਦੇ ਨਾਲ ਵੀ ਵਸ ਦੇ ਵਿੱਚ ਨਹੀਂ ਆ ਰਿਹਾ। ਨਾ ਤੂੰ ਆਵੇਂ ਵਸ ਤੀਰਥ ਨਹਾਈਐ। ਜਿੰਨੇ ਮਰਜ਼ੀ ਤੀਰਥਾਂ ਦੇ ਇਸ਼ਨਾਨੀ ਹੋ ਜਾਓ, ਸਤਿਗੁਰੂ ਕਹਿੰਦੇ ਐ ਵਾਹਿਗੁਰੂ ਤੂੰ ਤਾਂ ਵੀ ਵਸ ਦੇ ਵਿੱਚ ਨਹੀਂ ਆਉਂਦਾ। ਨਾ ਤੂੰ ਆਵੇਂ ਵਸ ਧਰਤੀ ਧਾਈਐ। ਧਰਤੀ ਦੇ ਉੱਤੇ ਧਾਉਂਦੇ ਰਹੀਏ, ਇੱਕ ਥਾਂ ਤੇ ਟਿਕੀਏ ਹੀ ਨਾ। ਅੱਜ ਇੱਥੇ ਚਲੇ ਗਏ, ਕੱਲ ਉੱਥੇ ਚਲੇ ਗਏ। ਬੜੇ ਇਹੋ ਜਿਹੇ ਸੰਤ ਅਜੇ ਵੀ ਨੇ ਤੇ ਪਹਿਲਾਂ ਵੀ ਹੁੰਦੇ ਸੀ ਜਿਹੜੇ ਇੱਕ ਥਾਂ ਦੇ ਉੱਤੇ ਪੱਕਾ ਟਿਕਾਣਾ ਹੀ ਨਹੀਂ, ਜਿਨ੍ਹਾਂ ਨੂੰ ਰਮਤੇ ਸਾਧੂ ਕਿਹਾ ਜਾਂਦਾ ਹੈ, ਰੁਕਦੇ ਹੀ ਨਹੀਂ ਜਿਹੜੇ ਇੱਕ ਥਾਂ ਦੇ ਉੱਤੇ। ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ। ਵੀ ਬੰਦਾ ਜਿੰਨੀਆਂ ਮਰਜ਼ੀ ਚਲਾਕੀਆਂ ਕਰਦਾ ਫਿਰੇ ਵੀ ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ। ਸਤਿਗੁਰੂ ਕਹਿੰਦੇ ਵਾਹਿਗੁਰੂ ਤੂੰ ਇਹਨਾਂ ਚਲਾਕੀਆਂ ਦੇ ਨਾਲ ਵੀ ਵਸ ਦੇ ਵਿੱਚ ਨਹੀਂ ਆਉਂਦਾ। ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਜਿੰਨਾ ਮਰਜ਼ੀ ਬੰਦਾ ਦਾਨ ਪੁੰਨ ਕਰਦਾ ਫਿਰੇ, ਵਾਹਿਗੁਰੂ ਤੂੰ ਫਿਰ ਵੀ ਇਸ ਅਧੀਨ ਨਹੀਂ ਆਉਂਦਾ, ਫਿਰ ਵੀ ਤੂੰ ਵਸ ਦੇ ਵਿੱਚ ਨਹੀਂ ਆਉਂਦਾ ਹੈ। ਤੇ ਮਹਾਰਾਜ ਨੇ ਗੱਲ ਬੋਲੀ ਸਭ ਕੋ ਤੇਰਾ ਵਸ। ਇਹ ਵਾਹਿਗੁਰੂ ਸਾਰਾ ਕੁਝ ਤੇਰੇ ਵਸ ਦੇ ਵਿੱਚ ਹੈ। ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਪਰ ਤੂੰ ਆਪਣੇ ਭਗਤਾਂ ਦੇ ਅਧੀਨ ਹੈ, ਤੂੰ ਭਗਤਾਂ ਦੇ ਵਸ ਦੇ ਵਿੱਚ ਹੈ। ਹੁਣ ਭਗਤਾਂ ਦੇ ਵਸ ਦੇ ਵਿੱਚ ਹੋਣ ਦਾ ਕੀ ਭਾਵ ਹੈ? ਜਿਹਨੂੰ ਅਸੀਂ ਇੱਥੇ ਪੜ੍ਹਦੇ ਪਏ ਹਨ, ਭਗਤ ਵਛਲ ਹੋਏ ਸਿਰਜਣਹਾਰਾ। ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਭਗਤਾਂ ਦੇ ਅਧੀਨ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਤੇ ਬਾਬਾ ਰਵਿਦਾਸ ਇੱਕ ਗੱਲ ਕਹਿੰਦੇ ਨੇ, ਜੋ ਹਮ ਬਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਘਰ ਦੇ ਵਿੱਚ ਨਾ ਛੋਟਾ ਜਿਹਾ ਬੱਚਾ ਹੁੰਦਾ ਸਾਡੇ, ਤੇ ਉਹ ਵੇਖੋ ਕੀ ਕਰਦਾ ਹੈ ਵੀ ਜਦੋਂ ਉਹਨੂੰ ਖੇਡਣ ਦਾ ਚਾਅ ਆਇਆ ਹੋਵੇ ਤੇ ਖੇਡਦਾ ਹੈ, ਤੇ ਆਪਣੇ ਮਾਤਾ ਦੇ ਨਾਲ ਪਿਤਾ ਦੇ ਨਾਲ ਜਦੋਂ ਖੇਡ ਰਿਹਾ ਹੁੰਦਾ ਹੈ ਨਾ, ਤਾਂ ਵੇਖੋ ਉਹਨਾਂ ਨੂੰ ਢਾਹ ਲੈਂਦਾ ਹੈ। ਉਹਦੇ ਵਿੱਚ ਤਾਕਤ ਤੇ ਇੰਨੀ ਹੈ ਨਹੀਂ ਵੀ ਉਹਨਾਂ ਨੂੰ ਢਾਹ ਲੇ, ਪਰ ਧੱਕਾ ਮਾਰਦਾ ਹੈ। ਤੇ ਮਾਤਾ ਜਿਹੜੀ ਹੈ ਉਹ ਵੀ ਆਪਣੇ ਆਪ ਨੂੰ ਸੁੱਟ ਲੈਂਦੀ ਹੈ ਵੀ ਹਾਂ ਮੈਨੂੰ ਬੱਚੇ ਨੇ ਸੁੱਟ ਦਿੱਤਾ ਹੈ। ਪਿਤਾ ਵੀ ਸੁੱਟ ਲੈਂਦਾ ਆਪਣੇ ਆਪ ਨੂੰ।
ਹੁਣ ਜੇ ਚਾਹਵੇ ਵੀ ਬੱਚਾ ਜਿੰਨਾ ਮਰਜ਼ੀ ਜ਼ੋਰ ਲਾ ਲੇ, ਦੋਵਾਂ ਨੂੰ ਨਹੀਂ ਸੁੱਟ ਸਕਦਾ। ਪਰ ਬੱਚਾ ਕੀ ਕਰਦਾ ਹੈ? ਬੱਚੇ ਦੇ ਜਿੱਤਣ ਦੇ ਵਿੱਚ ਮਾਂ ਪਿਓ ਨੂੰ ਇੱਕ ਖੁਸ਼ੀ ਹੁੰਦੀ ਹੈ ਵੀ ਹਾਂ ਬੱਚੇ ਨੇ ਇਦਾਂ ਕੀਤਾ ਹੈ, ਇਹਨੂੰ ਚੰਗਾ ਲੱਗਦਾ ਪਿਆ ਹੈ ਤੇ ਮਾਂ ਪਿਓ ਨੂੰ ਚੰਗਾ ਲੱਗ ਗਿਆ। ਉਹ ਕੀ ਹੋ ਗਿਆ? ਮਾਂ ਪਿਓ ਨਾ ਉਸ ਵੇਲੇ ਬੱਚੇ ਦੇ ਵੱਸ ਦੇ ਵਿੱਚ ਨੇ, ਹਾਲਾਂਕਿ ਤਾਕਤ ਉਹਨਾਂ ਦੇ ਕੋਲ ਜ਼ਿਆਦਾ ਹੈ ਉਸ ਵੇਲੇ। ਰੱਬ ਦੀ ਬੰਦਗੀ ਆਪਣੇ ਭਗਤਾਂ ਦੇ ਨਾਲ ਇਦਾਂ ਦੀ ਪਿਆਰ ਵਾਲੀ ਹੈ, ਬੜਾ ਤਗੜਾ ਹੈ। ਮਾਲਕ ਜੋ ਚਾਹਵੇ ਕਰ ਸਕਦਾ ਹੈ, ਪਰ ਉਹ ਉਹਨਾਂ ਦੇ ਪਿਆਰ ਦੇ ਵਿੱਚ ਵੱਸ ਦੇ ਵਿੱਚ ਹੈ। ਉਹ ਜੋ ਆਖਦੇ ਨੇ ਉਸ ਪਾਸੇ ਚਲਿਆ ਗਿਆ, ਉਸ ਗੱਲ ਨੂੰ ਉਹ ਮੰਨਦਾ ਹੈ। ਪਿਰਮ ਪਿਆਲਾ ਵਸ ਹੋਏ ਭਗਤ ਵਛਲ ਹੋਏ ਸਿਰਜਣਹਾਰਾ, ਉਹ ਪਿਆਰ ਦੇ ਵਸ ਦੇ ਵਿੱਚ ਆਉਂਦਾ ਹੈ। ਜਿੰਨਾ ਮਰਜ਼ੀ ਬੰਦਾ ਧਾਰਮਿਕ ਜ਼ਿੰਦਗੀ ਜੀ ਲੇ, ਪਰ ਜੇ ਉਹਦੇ ਪੱਲੇ ਪਿਆਰ ਨਹੀਂ ਹੈ, ਉਹਦੇ ਪੱਲੇ ਇਦਾਂ ਕਹਿ ਲਓ ਕਿ ਸਾਰੀ ਜ਼ਿੰਦਗੀ ਸਾੜ ਹੀ ਭਰਿਆ ਪਿਆ ਹੈ, ਪਿਆਰ ਕਦੀ ਕੀਤਾ ਹੀ ਨਹੀਂ, ਉਹਦੇ ਲਈ ਰੱਬ ਦਾ ਰਸਤਾ ਬੜਾ ਦੂਰ ਹੈ। ਪਿਆਰ ਦਾ ਮਤਲਬ ਸਿਰਫ ਇਹ ਨਹੀਂ ਵੀ ਆਪਣੇ 4-5 ਪਰਿਵਾਰ ਦੇ ਜੀਆਂ ਦੇ ਨਾਲ ਹੀ ਪਿਆਰ ਕਰਨਾ ਹੈ। ਪਰਿਵਾਰ ਦਾ ਮਤਲਬ ਸਾਰੀ ਦੁਨੀਆ ਵਾਲਾ ਪਾਸਾ ਰੱਖਣਾ ਹੈ। ਵਾਕਿਆ ਹੀ ਅੰਦਰੋਂ ਇੱਕ ਪਿਆਰ ਹੋਵੇ ਸਾਰਿਆਂ ਦੇ ਨਾਲ, ਸਾਰੇ ਚੰਗੇ ਲੱਗਣ। ਹਜ਼ੂਰ ਕਹਿੰਦੇ ਨੇ ਉਹ ਵਸ ਦੇ ਵਿੱਚ ਆ ਜਾਂਦਾ ਹੈ। ਬੀਓ ਬੀਜ ਅਤ ਸੂਖਮੋ, ਉਦਾਹਰਣ ਵੇਖੋ, ਕਹਿੰਦੇ ਅਤ ਛੋਟਾ ਜਿਹਾ ਇੱਕ ਬੀਜ ਹੁੰਦਾ ਹੈ, ਕਿੱਡਾ ਵੱਡਾ ਉਹ ਹੁੰਦਾ ਨਾ ਤਰਬੂਜ ਆਪਾਂ ਖਾਂਦੇ ਹੀ ਆ ਸਾਰੇ, ਤੇ ਉਹਦੇ ਵਿੱਚ ਬੀਜ ਕਿੱਡਾ ਕੁ ਹੁੰਦਾ ਹੈ? ਬਿਲਕੁਲ ਛੋਟਾ। ਕਿੰਨੇ ਬੀਜ ਇੱਕੋ ਹੀ ਉਹਦੇ ਵਿੱਚ ਆ ਜਾਂਦੇ ਨੇ ਫਲ ਦੇ ਵਿੱਚ। ਇਹਨਾਂ ਕਿੰਨੇ ਵੱਡੇ ਦਰਖਤ ਨੇ, ਬੋੜ ਦਾ ਦਰਖਤ ਕਿੱਡਾ ਵੱਡਾ ਹੁੰਦਾ ਹੈ, ਪਰ ਬੀਜ ਬਿਲਕੁਲ ਛੋਟਾ ਜਿਹਾ। ਬੀਓ ਬੀਜ ਅਤ ਸੂਖਮੋ, ਅਤ ਸੂਖਮ ਅਤ ਛੋਟਾ ਬੀਜ ਬੀਜਿਆ ਜਾਂਦਾ ਹੈ। ਤਿਦੂ ਹੋਏ ਵੱਡ ਬਿਰਖ ਵਿਥਾਰਾ, ਉਸ ਛੋਟੇ ਜਿਹੇ ਬੀਜ ਤੋਂ ਬੜਾ ਵੱਡਾ ਦਰਖਤ ਪੈਦਾ ਹੋ ਜਾਂਦਾ ਹੈ, ਬਿਰਖ ਪੈਦਾ ਹੋ ਜਾਂਦਾ ਹੈ। ਫਲ ਵਿੱਚ ਬੀਓ ਸਮਾਇਕ ਹੈ, ਜਦੋਂ ਫੇਰ ਦਰਖਤ ਕਿੱਡਾ ਵੱਡਾ ਹੋ ਗਿਆ, ਉਹਨੂੰ ਫਲ ਲੱਗੇ, ਤੇ ਉਹ ਜਿਹੜਾ ਬੀਜ ਜ਼ਮੀਨ ਦੇ ਵਿੱਚ ਬੀਜਿਆ ਗਿਆ ਸੀ, ਉਸ ਫਲ ਦੇ ਵਿੱਚ, ਇੱਕੋ ਹੀ ਫਲ ਦੇ ਵਿੱਚ ਕਿੰਨੇ ਕਿੰਨੇ ਹੋਰ ਬੀਜ ਆ ਜਾਂਦੇ ਨੇ। ਅਮਰੂਦ ਵੇਖ ਲਓ ਕਿੰਨੇ ਬੀਜ ਨੇ ਇੱਕੋ ਹੀ ਫਲ ਜਿਹੜਾ ਹੈ ਉਹਦੇ ਵਿੱਚ। ਹੋਰ ਤੁਸੀਂ ਵੇਖ ਲਓ ਅਨਾਰ ਤੇ ਬਿਲਕੁਲ ਹੀ ਇਸ ਪਾਸੇ ਦਾ। ਇਹਨੂੰ ਕੀ ਕਿਹਾ ਗਿਆ? ਫਲ ਵਿੱਚ ਬੀਓ ਸਮਾਇਕ ਹੈ, ਇੱਕ ਦੂ ਬੀਓ ਲੱਖ ਹਜ਼ਾਰਾ। ਇੱਕ ਬੀਜ ਬੀਜਿਆ, ਦਰਖਤ ਬਣ ਗਿਆ, ਦਰਖਤ ਨੇ ਅੱਗੇ ਲੱਖਾਂ ਫਲ ਦਿੱਤੇ, ਤੇ ਲੱਖਾਂ ਫਲਾਂ ਦੇ ਵਿੱਚ ਅੱਗੇ ਕਰੋੜਾਂ ਹੀ ਬੀਜ ਨੇ। ਇਦਾਂ ਸ੍ਰਿਸ਼ਟੀ ਵੱਧਦੀ ਘਟਦੀ ਰਹਿੰਦੀ ਹੈ। ਇਦਾਂ ਸ੍ਰਿਸ਼ਟੀ ਸੂਖਮ ਤੋਂ ਅਸਥੂਲ ਤੇ ਅਸਥੂਲ ਤੋਂ ਸੂਖਮ ਹੁੰਦੀ ਰਹਿੰਦੀ ਹੈ। ਇੱਕ ਦੂ ਬੀਓ ਲੱਖ ਹਜ਼ਾਰਾ, ਗੁਰਮੁਖ ਸੁਖ ਫਲ ਪਿਰਮ ਰਸ। ਇਹ ਤੇ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਗੱਲ ਆ ਗਈ। ਹੁਣ ਇੱਥੋਂ ਗੁਰਮਤ ਦਾ ਇੱਕ ਪਾਸਾ ਸ਼ੁਰੂ ਹੋ ਗਿਆ। ਕਹਿੰਦੇ ਵੀ ਇੰਨਾ ਬ੍ਰਹਮੰਡ ਜਿਹੜਾ ਮਾਲਕ ਨੇ ਬਣਾਇਆ, ਧਰਤੀ ਸਾਜੀ, ਆ ਸਾਰਾ ਕੁਝ ਕੀਤਾ, ਰੱਬ ਇੰਨਾ ਬੇਅੰਤ ਹੈ। ਇਸ ਥਾਂ ਦੇ ਵਿੱਚ ਗੁਰਮੁਖ ਕੀ ਕਰਦੇ ਨੇ? ਇਸ ਧਰਤੀ ਦੇ ਵਿੱਚ ਗੁਰਮੁਖ ਕੀ ਕਰਦੇ ਨੇ? ਗੁਰਮੁਖ ਸੁਖ ਫਲ ਪਿਰਮ ਰਸ। ਗੁਰਮੁਖਾਂ ਨੂੰ ਇਸ ਸੰਸਾਰ ਦੇ ਵਿੱਚ ਸੁੱਖ ਮਿਲਦਾ ਹੈ, ਪਰ ਕਿਹੜੀ ਗੱਲੋਂ ਮਿਲਦਾ ਹੈ? ਕਿਉਂਕਿ ਉਹਨਾਂ ਦੇ ਅੰਦਰ ਪਿਆਰ ਦਾ ਰਸ ਹੈ, ਉਹਨਾਂ ਦੇ ਅੰਦਰ ਪਿਆਰ ਹੈ। ਗੁਰਮੁਖ ਸੁਖ ਫਲ ਪਿਰਮ ਰਸ, ਗੁਰ ਸਿੱਖਾਂ ਸਤਿਗੁਰੂ ਪਿਆਰਾ, ਕਿਉਂਕਿ ਗੁਰਸਿੱਖਾਂ ਨੂੰ ਸਤਿਗੁਰੂ ਪਿਆਰਾ ਹੁੰਦਾ ਹੈ। ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝ ਲੈਣਾ। ਜਦੋਂ ਅਸੀਂ ਇਸ ਜ਼ਿੰਦਗੀ ਨੂੰ ਜੀਂਦੇ ਹਾਂ, ਸੁਭਾਵਿਕ ਤੌਰ ਦੇ ਉੱਤੇ ਅਸੀਂ ਬੜੀ ਵਾਰ ਇਸ ਸ਼ਬਦ ਨੂੰ ਪੜ੍ਹਿਆ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਠੀਕ ਹੈ, ਉਹ ਵੱਡਾ ਵੀ ਹੈ, ਪਰ ਇੱਕ ਚੀਜ਼ ਹੁੰਦੀ ਹੈ ਜਿਹੜੀ ਮੈਨੂੰ ਪਿਆਰੀ ਲੱਗਦੀ ਹੈ, ਕਿ ਮੈਨੂੰ ਗੁਰੂ ਨਾਨਕ ਇੱਦਾਂ ਪਿਆਰਾ ਲੱਗਦਾ ਹੈ। ਭਾਈ ਗੁਰਦਾਸ ਸਾਹਿਬ ਇੱਕ ਥਾਂ ਤੇ ਕਹਿੰਦੇ ਹੁੰਦੇ ਨੇ, ਜਿੱਦਾਂ ਆਪਣਾ ਕਾਰੋਬਾਰ ਚੰਗਾ ਲੱਗਦਾ ਨਾ, ਇੱਦਾਂ ਦੂਜਿਆਂ ਦੇ ਕਾਰੋਬਾਰ ਦੇ ਬਾਰੇ ਵੀ ਸੋਚਿਆ ਕਰੋ। ਜਿੱਦਾਂ ਆਪਣੇ ਬੱਚੇ ਚੰਗੇ ਲੱਗਦੇ ਨੇ ਨਾ, ਇੱਦਾਂ ਦੂਜਿਆਂ ਦੇ ਬੱਚਿਆਂ ਦੇ ਬਾਰੇ ਵੀ ਸੋਚਿਆ ਕਰੋ। ਜਿੱਦਾਂ ਆਪਣੇ ਕੁਲ ਦੀਆਂ ਰੀਤੀਆਂ ਚੰਗੀਆਂ ਲੱਗਦੀਆਂ ਨੇ ਨਾ, ਇੱਦਾਂ ਤੁਸੀਂ ਦੂਜਿਆਂ ਦੇ ਬਾਰੇ ਵੀ ਸੋਚਿਆ ਕਰੋ। ਦੂਜਿਆਂ ਦੇ ਸਪੇਸ ਦਾ ਵੀ ਧਿਆਨ ਰੱਖਿਆ ਕਰੋ ਵੀ ਭਾਈ ਜਿਹੜਾ ਕੰਮ ਮੈਨੂੰ ਚੰਗਾ ਨਹੀਂ ਲੱਗਦਾ, ਜੇ ਮੈਂ ਕਿਸੇ ਦੂਜੇ ਨਾਲ ਕਰਾਂਗਾ ਤੇ ਉਹ ਕਿੰਨਾ ਜਿਹੜਾ ਹੈ ਉਹਨੂੰ ਕਿੰਨਾ ਬੁਰਾ ਫੀਲ ਹੋਵੇਗਾ, ਉਹਨੂੰ ਕਿੰਨਾ ਮਾੜਾ ਲੱਗੇਗਾ। ਹੁਣ ਅਸਲ ਦੇ ਵਿੱਚ ਇੱਕ ਤੇ ਗੁਰੂ ਨਾਨਕ ਹੈ ਵੀ ਠੀਕ ਹੈ ਜੀ, ਉਹ ਮੈਨੂੰ ਮਾਫ਼ ਕਰ ਦਿਓ ਮੈਂ ਸ਼ਬਦ ਵਰਤਾਂਗਾ ਜੀ, ਅਸੀਂ ਕਹਿ ਦਿੱਤਾ ਜੀ ਗੁਰੂ ਨਾਨਕ ਸਾਡਾ ਗੁਰੂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿੱਖਾਂ ਦੇ ਪਹਿਲੇ ਗੁਰੂ ਸੀ, ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ। ਇੰਨੇ ਤੋਂ ਲੈ ਕੇ ਉਹਨਾਂ ਦਾ ਜਨਮ ਹੋਇਆ 1539 ਦੇ ਵਿੱਚ, ਮਹਾਰਾਜ ਜੋਤੀ ਜੋਤ ਸਮਾ ਗਏ। ਇਹ ਕੀ ਹੈ? ਇਹ ਜਸਟ ਇਨਫੋਰਮੇਸ਼ਨ ਹੈ। ਇਹ ਕੋਈ ਵੀ ਕਰ ਸਕਦਾ ਹੈ, ਤੁਸੀਂ ਗੂਗਲ ਤੇ ਸਰਚ ਕਰੋਗੇ ਇਹਨਾਂ ਤੇ ਉੱਥੋਂ ਵੀ ਮਿਲ ਜਾਵੇਗਾ ਤੁਹਾਨੂੰ। ਇਹਦੇ ਤੋਂ ਵੱਧ ਸਾਡਾ ਗੁਰੂ ਨਾਨਕ ਨਾਲ ਕੀ ਰਿਸ਼ਤਾ ਹੈ, ਉਹ ਕਿੰਨਾ ਕੁ ਪਿਆਰਾ ਲੱਗਦਾ ਹੈ ਸਾਨੂੰ। ਉਹਦੀ ਗੱਲ ਸੁਣ ਕੇ ਕੋਈ ਚਾਅ ਚੜ੍ਹਦਾ ਹੈ ਮਨ ਦੇ ਵਿੱਚ?
ਆ ਸਾਡੇ ਘਰਾਂ ਦੇ ਵਿੱਚ ਬੱਚੇ ਹੁੰਦੇ ਨੇ, ਕੋਈ ਬੜੀਆਂ ਡੂੰਘੀਆਂ ਗੱਲਾਂ ਥੋੜ੍ਹਾ ਦੱਸਦੇ ਪਏ ਨੇ ਵੀ ਸਾਨੂੰ ਫਿਲਾਸਫੀ ਸਮਝਾ ਰਹੇ ਨੇ ਜਾਂ ਸਾਨੂੰ ਲੌਜਿਕ ਸਮਝਾ ਰਹੇ ਨੇ, ਬਸ ਗੱਲਾਂ ਕਰਦੇ ਨੇ, ਸਾਨੂੰ ਪਿਆਰੇ ਲੱਗਦੇ ਨੇ। ਗੁਰੂ ਨਾਨਕ ਦੇ ਨਾਲ ਘੱਟੋ ਘੱਟ ਮੇਰਾ ਕੋਈ ਇੱਦਾਂ ਦਾ ਰਿਸ਼ਤਾ ਤੇ ਹੋਵੇ ਵੀ ਮੈਨੂੰ ਉਹ ਪਿਆਰਾ ਲੱਗੇ, ਮੈਨੂੰ ਚੰਗਾ ਲੱਗੇ। ਇਹਨੂੰ ਆਪਣੀ ਪਰਸਨਲ ਲਾਈਫ ਦੇ ਵਿੱਚ ਕਾਰਨ ਲੱਭ ਕੇ ਵੇਖਿਓ ਵੀ ਤੁਹਾਨੂੰ ਗੁਰੂ ਨਾਨਕ ਕਿਹੜੇ ਕਰਕੇ ਚੰਗਾ ਲੱਗਦਾ, ਕਿਹੜੀਆਂ ਚੀਜ਼ਾਂ ਨੇ ਜਿਹਦੇ ਕਰਕੇ ਗੁਰੂ ਨਾਨਕ ਦੇ ਘਰ ਦੇ ਨਾਲ ਸਾਡਾ ਸੰਬੰਧ ਬਣ ਗਿਆ। ਤੇ ਜੇ ਸੰਬੰਧ ਬਣਿਆ ਹੈ ਤੇ ਉਹ ਕਿਹੜਾ ਕਾਰਨ ਹੈ ਜਿਹਦੇ ਕਰਕੇ ਮੈਨੂੰ ਉਹਦੇ ਨਾਲ ਪਿਆਰ ਹੈ ਵੀ ਮੈਂ ਉਹਦੇ ਲਾਗੇ ਆ ਕੇ ਬੈਠਦਾ ਹਾਂ। ਜੇ ਇਹੋ ਜਿਹੇ ਕਾਰਨ ਨਹੀਂ ਲੱਭਦੇ ਤੇ ਮੈਨੂੰ ਮਾਫ ਕਰਿਓ, ਅਜੇ ਗੁਰੂ ਨਾਨਕ ਸਾਹਿਬ ਨੂੰ ਹੋਰ ਜਾਣੀਏ, ਅਜੇ ਅਸੀਂ ਜਾਣਿਆ ਨਹੀਂ ਹੈ। ਅਜੇ ਬਸ ਅਜੀ ਗੁਰੂ ਨਾਨਕ ਸਾਹਿਬ ਦੇ ਲਾਗੇ ਲਾਗੇ ਫਿਰਦੇ ਪਏ ਹਾਂ। ਅਜੇ ਗੁਰੂ ਨਾਨਕ ਸਾਹਿਬ ਨੂੰ ਪੜ੍ਹਨਾ ਸੁਣਨਾ ਸ਼ੁਰੂ ਵੀ ਨਹੀਂ ਕੀਤਾ ਹੈ ਅਸੀਂ, ਚਾਹੇ ਮੈਂ ਹੀ ਉਹਦੇ ਵਿੱਚ ਆ ਜਾਂਦਾ ਹਾਂ। ਗੁਰ ਸਿੱਖਾਂ ਸਤਿਗੁਰੂ ਪਿਆਰਾ, ਗੁਰ ਸਿੱਖਾਂ ਨੂੰ ਸਤਿਗੁਰੂ ਪਿਆਰਾ ਹੈ। ਤੇ ਦੂਜਾ ਪਾਸਾ ਵੇਖੋ, ਸਾਧ ਸੰਗਤ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ। ਉਹ ਸਤਿਗੁਰੂ ਵਸਦਾ ਕਿੱਥੇ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਸੱਚਖੰਡ ਵਿੱਚ। ਸਾਡੇ ਲਈ ਸੱਚਖੰਡ ਵੀ ਇਹੀ ਹੈ, ਆ ਸੰਗਤ ਹੀ ਸਾਡੇ ਲਈ ਸੱਚਖੰਡ ਹੈ। ਇੱਥੇ ਇੱਕ ਸਤਿਗੁਰੂ ਵਸਦਾ ਹੈ। ਸਤਿਗੁਰ ਪੁਰਖ ਵਸੈ ਨਿਰੰਕਾਰਾ, ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਸਾਡੀ ਜਿਹੜੀ ਸੰਗਤ ਹੁੰਦੀ ਹੈ ਨਾ, ਜਿੱਦਾਂ ਅਸੀਂ ਇੱਥੇ ਬੈਠੇ ਹਾਂ, ਇਹ ਸੰਗਤ ਇਹ ਸਿਰਫ ਬੰਦਿਆਂ ਦਾ ਇਕੱਠ ਨਹੀਂ ਹੈ। ਲਗਭਗ ਬਹੁਤ ਵਾਰ ਇਹ ਸਬਜੈਕਟ ਆ ਚੁੱਕਾ ਹੈ ਤੇ ਮੈਂ ਵਾਰ-ਵਾਰ ਬੇਨਤੀ ਇਸ ਕਰਕੇ ਕਰਦਾ ਪਿਆ ਹਾਂ ਕਿ ਮੈਨੂੰ ਵੇਖਣ ਨੂੰ ਲੱਗੇ ਵੀ ਇਸ ਬੰਦੇ ਨੂੰ ਮੈਂ ਜਾਣਦਾ ਹਾਂ, ਉਸ ਬੰਦੇ ਨੂੰ ਵੀ ਮੈਂ ਜਾਣਦਾ ਹਾਂ, ਆ ਮੇਰਾ ਰਿਸ਼ਤੇਦਾਰ ਬੈਠਾ ਹੋਇਆ। ਨਹੀਂ, ਸੰਗਤ ਦੇ ਵਿੱਚ ਇਹ ਹਿਸਾਬ ਕਿਤਾਬ ਨਹੀਂ ਹੁੰਦਾ। ਸੰਗਤ ਦੇ ਵਿੱਚ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਇੱਥੇ ਸਾਡਾ ਪਿਤਾ ਅਕਾਲ ਪੁਰਖ ਵਾਹਿਗੁਰੂ ਹੋ ਜਾਂਦਾ ਹੈ, ਬਾਕੀ ਅਸੀਂ ਸਾਰੇ ਬੱਚੇ ਹੋ ਜਾਂਦੇ ਹਾਂ ਉਹਦੇ। ਜਾਣਦੇ ਹਾਂ ਨਹੀਂ ਜਾਣਦੇ, ਉਹ ਸਾਰੀਆਂ ਗੱਲਾਂ ਸੈਕੰਡਰੀ ਹੋ ਜਾਂਦੀਆਂ ਨੇ। ਇੱਥੇ ਮੇਰਾ ਸੰਬੰਧ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਹੋ ਜਾਂਦਾ ਹੈ, ਕਿਉਂਕਿ ਇੱਥੇ ਅਕਾਲ ਪੁਰਖ ਵਾਹਿਗੁਰੂ ਵਿਚਰਦਾ ਪਿਆ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਤੇ ਜਿੰਨੀ ਵਾਰ ਵੀ ਮੈਂ ਗੁਰਦੁਆਰੇ ਆਉਂਦਾ ਹਾਂ, ਮੇਰਾ ਇਸ ਗੱਲ ਦੇ ਨਾਲ ਸੰਬੰਧ ਹੈ ਹੀ ਨਹੀਂ ਹੈ ਵੀ ਕੌਣ ਮੇਰੇ ਨਾਲ ਆਇਆ ਹੈ ਤੇ ਕੌਣ ਮੇਰੇ ਨਾਲ ਨਹੀਂ ਆਇਆ, ਕਿਹਦੇ ਲਈ ਮੈਂ ਆਇਆ ਹਾਂ, ਕਿਹੜਾ ਮੇਰੇ ਲਈ ਆਇਆ ਹੈ। ਮੇਰਾ ਸੰਬੰਧ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਆਇਆ ਹਾਂ। ਠੀਕ ਹੈ, ਮੈਂ ਰਸਤੇ ਦੇ ਵਿੱਚ ਕਿਸੇ ਨਾਲ ਗੱਲਾਂ ਵੀ ਕਰਦਾ ਆਇਆ ਹਾਂ, ਜਾਵਾਂਗਾ ਫਿਰ ਗੱਲਾਂ ਕਰਾਂਗਾ, ਪਰ ਜਦੋਂ ਮੈਂ ਗੁਰਦੁਆਰੇ ਦੇ ਗੇਟ ਦੇ ਅੰਦਰ ਐਂਟਰ ਹੋ ਗਿਆ ਹਾਂ, ਉਦੋਂ ਸਿਰਫ ਮੇਰਾ ਸੰਬੰਧ ਸਤਿਗੁਰੂ ਦੇ ਨਾਲ ਹੈ। ਹੁਣ ਇਹ ਇਕੱਲੇ ਇਕੱਲੇ ਦਾ ਮਸਲਾ ਹੋ ਗਿਆ ਹੈ। ਭਾਵੇਂ 100 ਜਾਣੇ ਬੈਠੇ ਨੇ, 100 ਦੇ ਵਿੱਚ ਵੀ ਇੰਡੀਵਿਜੂਅਲੀ ਸੰਗਤ ਹੈ, ਮੇਰੀ ਇਕੱਲੇ ਦੀ ਜਿੰਨੀ ਕੁ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਨੇੜਤਾ ਹੈ। ਅਸਲ ਦੇ ਵਿੱਚ ਕੀ ਹੈ, ਸਾਡੀ ਜਿਹੜੀ ਸੇਵਾ ਹੈ ਉਹ ਵੀ ਇਦਾਂ ਦੀ ਹੋਣੀ ਚਾਹੀਦੀ ਹੈ ਵੀ ਜਿਹਦੇ ਵਿੱਚ ਆ ਬੰਦਿਆਂ ਦਾ ਧਿਆਨ ਨਹੀਂ ਹੋਣਾ ਚਾਹੀਦਾ। ਇਹਨੂੰ ਕਹਿ ਦੇਣਾ ਸੌਖਾ ਜੇ, ਪਰ ਇਹਦੀ ਪ੍ਰੈਕਟਿਸ ਕਰਨੀ ਔਖੀ ਹੈ। ਜਦੋਂ ਅਸੀਂ ਗੁਰਦੁਆਰੇ ਆ ਕੇ ਮੱਥਾ ਟੇਕਦੇ ਹਾਂ ਤੇ ਮੈਂ ਕਈ ਵਾਰ ਕਹਿਣਾ ਹੁੰਦਾ ਕਿ ਲਗਭਗ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹਾਂ। ਜੇ ਨਹੀਂ ਜਾਣਦੇ ਤੇ ਬਾਈ ਫੇਸ ਤੇ ਸਾਨੂੰ ਸਾਰਿਆਂ ਦੀ ਪਹਿਚਾਣ ਹੀ ਹੈ ਨਾ, ਸਾਨੂੰ ਪਤਾ ਲੱਗ ਜਾਂਦਾ ਵੀ ਫਲਾਣਾ ਆ ਗਿਆ, ਉਹ ਆ ਰਿਹਾ ਹੈ। ਇਹ ਸਾਰਾ ਕੁਝ ਇੱਦਾਂ ਹੋ ਜਾਂਦਾ। ਇੰਨੇ ਕੁ ਤੇ ਚਿਹਰੇ ਅਸੀਂ ਜਾਣਦੇ ਹੀ ਹਾਂ ਇੱਕ ਦੂਜੇ ਦੇ। ਪਰ ਉਹਦੇ ਤੋਂ ਅੱਗੇ ਜਿਹੜੀ ਪ੍ਰੋਬਲਮ ਆਉਂਦੀ ਹੈ, ਅੱਗੇ ਪ੍ਰੋਬਲਮ ਇਹ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਸੇਵਾ ਕਰਦੇ ਹਾਂ। ਸੇਵਾ ਕਰਦਿਆਂ ਅਸੀਂ ਜਿਨ੍ਹਾਂ ਨੂੰ ਜਾਣਦੇ ਹੁੰਦੇ ਹਾਂ ਉਹਨਾਂ ਦਾ ਜ਼ਿਆਦਾ ਖਿਆਲ ਰੱਖਣ ਲੱਗ ਪੈਂਦੇ ਹਾਂ, ਤੇ ਜਿਨ੍ਹਾਂ ਨੂੰ ਨਹੀਂ ਜਾਣਦੇ ਹੁੰਦੇ ਉਹਨਾਂ ਨੂੰ ਕਿਸੇ ਵੇਲੇ ਖਰਬਾ ਵੀ ਬੋਲ ਦਿੰਦੇ ਹਾਂ। ਜਿਨ੍ਹਾਂ ਦੇ ਨਾਲ ਮੇਰਾ ਸੰਬੰਧ ਹੈ ਉਹਨਾਂ ਦੇ ਨਾਲ ਹੱਸ ਕੇ ਗੱਲਾਂ ਕਰ ਲਈਆਂ, ਉਹਨਾਂ ਨੂੰ ਚੀਜ਼ਾਂ ਵੀ ਵੰਡ ਦਿੱਤੀਆਂ। ਜਿਨ੍ਹਾਂ ਦੇ ਨਾਲ ਸੰਬੰਧ ਨਹੀਂ ਹੈ ਉਹਨਾਂ ਦੇ ਨਾਲ ਉਹਨਾਂ ਵੱਲ ਵੇਖਿਆ ਵੀ ਨਹੀਂ। ਉਹ ਤੇ ਗੱਲ ਹੀ ਬੜੀ, ਇਹ ਸਾਨੂੰ ਸਾਰਿਆਂ ਨੂੰ ਪਤਾ ਸੰਗਤ ਦੇ ਵਿੱਚ ਪ੍ਰੋਬਲਮ ਆ ਗਈ। ਹੁਣ ਜੇ ਕਹੀਏ ਵੀ ਰੱਬ ਵਸਦਾ ਹੈ, ਤੇ ਜੇ ਰੱਬ ਵਸਦਾ ਨਜ਼ਰ ਆਉਂਦਾ ਹੋਵੇ ਤੇ ਬੰਦਾ ਕਿੱਦਾਂ ਵਿਤਕਰਾ ਕਰ ਲਵੇ। ਹਾਲਾਂਕਿ ਕਿਸੇ ਨੂੰ ਦੋਹਰੀ ਚੀਜ਼ ਦੇਣੀ ਜਾਂ ਵੱਧ ਚੀਜ਼ ਖਾਣੀ ਜਾਂ ਜਿਹੜੀ ਉਹਦੇ ਹਿੱਸੇ ਦੀ ਨਹੀਂ ਬਣਦੀ ਹੈ, ਵੀ ਦੂਜੇ ਦੇ ਹਿੱਸੇ ਤੋਂ ਮੈਂ ਖਾ ਲਵਾਂ ਤੇ ਦੂਜੇ ਨੂੰ ਭਾਵੇਂ ਕਿਸੇ ਹੋਰ ਨੂੰ ਨਾ ਮਿਲੇ, ਮੈਨੂੰ ਪਹਿਲਾਂ ਮਿਲ ਜਾਵੇ, ਇਹ ਕੀ ਹੁੰਦਾ ਹੈ? ਵਿਤਕਰੇਬਾਜ਼ੀ ਹੈ। ਹੁਣ ਜੇ ਸੰਗਤ ਦੇ ਵਿੱਚ ਇਦਾਂ ਹੋ ਰਿਹਾ ਹੈ ਤੇ ਸਿੱਖਾਂ ਨੇ ਕਿੱਥੇ ਜਾਣਿਆ ਵੀ ਜਿਹੜਾ ਰੱਬ ਜਿਹੜਾ ਸੰਗਤ ਦੇ ਵਿੱਚ ਵਸਦਾ ਪਿਆ ਹੈ? ਨਹੀਂ, ਸੰਗਤ ਨੂੰ ਪਹਿਲੀ ਗੱਲ ਤੇ ਇਦਾਂ ਜਾਣੋ ਵੀ ਅਕਾਲ ਪੁਰਖ ਵਾਹਿਗੁਰੂ ਇਸ ਸੰਗਤ ਦੇ ਵਿੱਚ ਵਸਦਾ ਪਿਆ ਹੈ। ਬੰਦਿਆਂ ਨੂੰ ਤੇ ਮਾਈਨਸ ਹੀ ਕਰ ਦਿਓ ਵੀ ਜਿੰਨੇ ਬੈਠੇ ਨੇ ਇਹ ਹੁਣ ਮੇਰੇ ਰਿਸ਼ਤੇਦਾਰ ਨਹੀਂ ਬੈਠੇ, ਇਹ ਜਿੰਨੇ ਬੈਠੇ ਨੇ ਇਹ ਮੇਰੀ ਸੁਸਾਇਟੀ ਵਾਲੇ ਨਹੀਂ ਬੈਠੇ, ਇਹ ਜਿੰਨੇ ਬੈਠੇ ਨੇ ਨਾ ਇਹ ਰੱਬੀ ਰਸਤੇ ਦੇ ਉੱਤੇ ਜਾਣ ਵਾਲੇ ਬੰਦੇ ਬੈਠੇ ਨੇ, ਤੇ ਮੈਂ ਇਹਨਾਂ ਦਾ ਸਾਥ ਮਾਣਦਾ ਪਿਆ। ਹੈ ਔਖਾ ਹੈ, ਪਰ ਪ੍ਰੈਕਟਿਸ ਦੀ ਗੱਲ ਹੈ। ਇੱਕ ਬਚਨ
ਤੁਸੀਂ ਭਾਈ ਕਨ੍ਹਈਆ ਜੀ ਦੇ ਜੀਵਨ ਦੇ ਵਿੱਚੋਂ ਸੁਣਿਆ ਹੋਵੇਗਾ। ਜ਼ਿੰਦਗੀ ਨੂੰ ਅਸੀਂ ਲਗਭਗ ਉਹਨਾਂ ਦੀ ਉਸ ਸਾਖੀ ਨੂੰ ਜਾਣਦੇ ਹਾਂ ਵੀ ਮਹਾਰਾਜ ਕਹਿੰਦੇ ਵੀ ਤੁਹਾਡੀ ਸ਼ਿਕਾਇਤ ਆਈ ਹੈ। ਸੱਚੇ ਪਾਤਸ਼ਾਹ ਕਾਹਦੀ ਸ਼ਿਕਾਇਤ? ਸ਼ਿਕਾਇਤ ਇਹ ਆਈ ਹੈ ਵੀ ਤੁਸੀਂ ਆਪਣਿਆਂ ਨੂੰ ਤੇ ਪਾਣੀ ਪਿਉਣਾ ਹੀ ਪਿਉਣਾ, ਤੁਸੀਂ ਉਹਨਾਂ ਨੂੰ ਵੀ ਪਿਆ ਦਿੰਦੇ ਜੇ। ਇਹ ਸਾਡੇ ਨਾਲ ਵੀ ਹੁੰਦਾ ਹੈ ਵੀ ਆਪਣਿਆਂ ਨੂੰ ਤੁਸੀਂ ਪਾਣੀ ਪਿਉਣਾ ਹੈ ਤੇ ਉਹਨਾਂ ਨੂੰ ਵੀ ਪਾਣੀ ਪਿਆਈ ਜਾਂਦੇ ਜੇ। ਤੇ ਭਾਈ ਵੀਰ ਸਿੰਘ ਲਿਖਦੇ ਹੁੰਦੇ ਨੇ, ਕਹਿੰਦੇ ਨੇ ਭਾਈ ਕਨ੍ਹਈਆ ਕਹਿੰਦੇ ਨੇ, ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਦਿਸਦਾ ਕੋਈ ਮੈਨੂੰ ਤੂੰ ਦਿਸ ਆਈ। ਵੀ ਸੱਚੇ ਪਾਤਸ਼ਾਹ ਮੈਂ ਤੇ ਬੰਦਿਆਂ ਨੂੰ ਪਾਣੀ ਪਿਆਉਂਦਾ ਹੀ ਨਹੀਂ, ਮੈਂ ਤੇ ਤੈਨੂੰ ਪਾਣੀ ਪਿਆਉਣਾ, ਇਸ ਕਰਕੇ ਮੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਜਿੱਦਣ ਮੈਨੂੰ ਇੰਝ ਲੱਗਣ ਲੱਗ ਪਵੇ ਵੀ ਮੈਂ ਕਿਸੇ ਨੂੰ ਚੀਜ਼ ਵੰਡਦਾ ਪਿਆ ਹਾਂ ਤੇ ਇਹ ਬੰਦਾ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਸਿੱਖ ਹੈ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਦੇ ਵਿੱਚ ਹੀ ਵਿਚਰ ਕੇ ਲੈ ਰਿਹਾ ਹੈ, ਤੇ ਆਪਣੇ ਆਪ ਹੀ ਮੇਰਾ ਵਿਤਕਰਾ ਕੱਟ ਜਾਵੇਗਾ। ਨਹੀਂ ਤੇ ਫਿਰ ਜਿੱਦਾਂ ਦੇ ਹਾਲ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ। ਔਰ ਡਾਕਟਰ ਜਸਵੰਤ ਸਿੰਘ ਨੇਕੀ ਇੱਕ ਗੱਲ ਨੂੰ ਬੋਲਦੇ ਹੁੰਦੇ, ਕਹਿੰਦੇ ਮੈਂ ਭਾਈ ਸਮੁੰਦਰ ਸਿੰਘ ਹੁਣਾਂ ਨੂੰ ਪੁੱਛਿਆ ਕਿ ਜਿੰਨੀ ਤੁਹਾਨੂੰ ਭੇਟਾ ਮਿਲਦੀ ਹੈ ਕੀਰਤਨ ਕਰਦੇ ਜੇ, ਤੇ ਉਸ ਭੇਟਾ ਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੈ? ਕਿਉਂਕਿ ਸਿਰਫ ਸੰਗਤ ਦਾ ਫਰਜ਼ ਨਹੀਂ ਹੈ ਨਾ ਵੀ ਸੰਗਤ ਰੱਬ ਸਮਝੇ, ਸਾਡੇ ਵਰਗਿਆਂ ਨੂੰ ਤਾਂ ਸਮਝਣਾ ਚਾਹੀਦਾ ਨਾ ਵੀ ਗੁਰਦੁਆਰੇ ਵਿੱਚ ਰੱਬ ਵਿਚਰਦਾ ਪਿਆ ਹੈ ਤੇ ਗੁਰੂ ਵਿਚਰਦਾ ਪਿਆ ਹੈ, ਵੀ ਜਿੰਨਾ ਤੁਹਾਨੂੰ ਸੰਗਤ ਭੇਟਾ ਦਿੰਦੀ ਹੈ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੈ। ਤੋ ਭਾਈ ਸਮੁੰਦਰ ਸਿੰਘ ਬੜੇ ਕਮਾਲ ਦੇ ਰਾਗੀ ਨੇ, ਉਹ ਕਹਿੰਦੇ ਸੀ ਵੀ ਉਹਨਾਂ ਨੇ ਅੱਗੋਂ ਮੈਨੂੰ ਜਵਾਬ ਦਿੱਤਾ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ 3 ਗੱਲਾਂ ਸਮਝਾਈਆਂ ਨੇ। ਪਹਿਲੀ ਗੱਲ ਤੇ ਇਹ ਵੀ ਜਿਹੜਾ ਕੀਰਤਨ ਕਰਨਾ ਹੁੰਦਾ ਨਾ ਉਹ ਰੱਬ ਨੂੰ ਸੁਣਾਉਣਾ ਹੁੰਦਾ ਹੈ, ਉਹ ਕਿਸੇ ਬੰਦੇ ਨੂੰ ਸੁਣਾਉਣਾ ਨਹੀਂ ਹੁੰਦਾ। ਕੀਰਤਨ ਦਾ ਮਤਲਬ ਹੈ ਵੀ ਮੈਂ ਰੱਬ ਦੀ ਉਸਤਤੀ ਕਰਦਾ ਪਿਆ ਹਾਂ, ਮੈਂ ਰੱਬ ਲਈ ਕੀਰਤਨ ਕਰਦਾ ਪਿਆ ਹਾਂ, ਗੁਰੂ ਲਈ ਕੀਰਤਨ ਕਰਦਾ ਪਿਆ ਹਾਂ। ਇਹ ਕਿਸੇ ਦੀਆਂ ਡਿਮਾਂਡਾਂ ਨਹੀਂ ਪੂਰੀਆਂ ਕਰਦਾ ਪਿਆ ਵੀ ਉਹ ਨਾਰਾਜ਼ ਹੋ ਜਾਣਗੇ ਤੇ ਆਹ ਨਾਰਾਜ਼ ਹੋ ਜਾਣਗੇ। ਕੀਰਤਨ ਦਾ ਮਤਲਬ ਕਹਿੰਦੇ ਸਾਡੇ ਘਰਦਿਆਂ ਨੇ ਇਹ ਸਿਖਾਇਆ, ਕੀਰਤਨ ਰੱਬ ਦੇ ਲਈ ਕਰਨਾ ਚਾਹੀਦਾ ਹੈ। ਦੂਜੀ ਗੱਲ ਕਹਿੰਦੇ ਸਾਡੇ ਵੱਡਿਆਂ ਨੇ ਇਹ ਸਿਖਾਈ ਹੈ, ਲੋੜਾਂ ਵਧਾ ਲਓ ਤੇ ਫਿਰ ਜਿੰਨਾ ਮਰਜ਼ੀ ਹੋਵੇ ਤਾਂ ਵੀ ਨਹੀਂ ਪੂਰੀ ਪੈਂਦੀ, ਲੋੜਾਂ ਘਟਾ ਲਓ ਤੇ ਫਿਰ ਥੋੜ੍ਹੇ ਵਿੱਚ ਵੀ ਗੁਜ਼ਾਰਾ ਹੋ ਜਾਂਦਾ। ਤੇ ਕਹਿੰਦੇ ਤੀਜੀ ਗੱਲ ਉਹ ਇਹ ਸੀ ਵੀ ਤੁਸੀਂ ਇਸ ਗੱਲ ਦਾ ਸਵਾਲ ਕੀਤਾ ਵੀ ਸਾਡਾ ਗੁਜ਼ਾਰਾ ਹੋ ਜਾਂਦਾ ਹੈ, ਸੰਗਤ ਜੋ ਵੀ ਸਾਨੂੰ ਦਿੰਦੀ ਹੈ ਅਸੀਂ ਕਦੀ ਨਹੀਂ ਇਸ ਗੱਲ ਨੂੰ ਜਾਣਦੇ ਵੀ ਇਹ ਬੰਦਿਆਂ ਨੇ ਸਾਨੂੰ ਦਿੱਤਾ ਹੋਇਆ, ਅਸੀਂ ਕਦੀ ਨਹੀਂ ਇਸ ਗੱਲ ਨੂੰ ਮੰਨਦੇ। ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਜੋ ਵੀ ਸੰਗਤ ਦੇ ਰਹੀ ਹੈ, ਦੇ ਸੰਗਤ ਹੀ ਰਹੀ ਹੈ, ਤੁਸੀਂ ਹੀ ਦੇਣ ਵਾਲੇ ਹੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਕੀ ਹੈ, ਉਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਜਿਹੜਾ ਦਿੱਤਾ ਜਾ ਰਿਹਾ ਹੈ ਨਾ, ਇਹ ਰੱਬ ਦੀ ਬਖਸ਼ਿਸ਼ ਕਰਕੇ ਜਾਣਦੇ ਹਾਂ, ਇਹ ਕਿਸੇ ਬੰਦੇ ਦਾ ਦਿੱਤਾ ਹੋਇਆ ਦਾਨ ਨਹੀਂ ਹੈ। ਜਿੱਦਣ ਨਹੀਂ ਮਿਲਿਆ ਤਾਂ ਵੀ ਇਸ ਗੱਲ ਦਾ ਸ਼ੁਕਰ ਕਰਦੇ ਹਾਂ ਵੀ ਚਲੋ ਰੱਬ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਵੀ ਉਹਨੇ ਕੀਰਤਨ ਕਰਨ ਦਾ ਤੇ ਮੌਕਾ ਦਿੱਤਾ। ਇਸ ਗੱਲ ਦੀ ਨਾਰਾਜ਼ਗੀ ਵੀ ਨਹੀਂ, ਜੋ ਕੁਝ ਮਿਲ ਗਿਆ ਹੈ ਰੱਬ ਨੇ ਇਸ ਗੱਲ ਨੂੰ ਸੋਚਿਆ ਸੀ ਸਾਡੇ ਲਈ, ਸਾਡੇ ਕਰਮਾਂ ਦੇ ਵਿੱਚ ਸਾਡੇ ਲਈ ਅੱਜ ਇਹੋ ਹੀ ਰੱਖਿਆ ਹੋਇਆ ਸੀ, ਉਹ ਮਿਲ ਗਿਆ। ਕਹਿੰਦੇ ਬਸ ਰੱਬ ਇੰਨਾ ਕੁ ਦੇਈ ਜਾਂਦਾ ਵੀ ਦਸਵੰਧ ਕੱਢੀ ਜਾਂਦੇ ਆ। ਉਹ ਇਹ ਭਾਵ ਹੈ ਵੀ ਸੰਗਤ ਦੇ ਵਿੱਚ ਬੈਠਿਆਂ ਹੋਇਆਂ ਨੂੰ ਆਮ ਜੇ ਬੰਦੇ ਨਹੀਂ ਮੰਨਣਾ ਹੁੰਦਾ ਅਸੀਂ, ਪਰ ਸਾਡੀ ਪ੍ਰੋਬਲਮ ਫਿਰ ਉੱਥੇ ਹੀ ਆ ਕੇ ਖੜ ਜਾਂਦੀ ਹੈ। ਸਾਨੂੰ ਬੰਦੇ ਜਿਹੜੇ ਨੇ ਉਹ ਉਹੀ ਲੱਗਣ ਲੱਗ ਪੈਂਦੇ ਨੇ ਤੇ ਇਹਨੂੰ ਚੀਜ਼ ਵੰਡ ਦੇਣੀ ਹੈ, ਇਹਨੂੰ ਚੀਜ਼ ਨਹੀਂ ਵੰਡਣੀ, ਇਹਦੇ ਲਈ ਮੈਂ ਬਚਾ ਕੇ ਰੱਖਣੀ ਹੈ ਤੇ ਇਹਨੂੰ ਕਹਿ ਦੇਣਾ ਵੀ ਹੈ ਹੀ ਨਹੀਂ ਹੈ। ਪ੍ਰੋਬਲਮ ਸਾਡੀ ਇੱਥੇ ਖੜੀ ਹੋ ਜਾਂਦੀ ਹੈ। ਸਾਧ ਸੰਗਤ ਸੱਚਖੰਡ ਵਿੱਚ ਸਤਿਗੁਰ ਪੁਰਖ ਵਸਿਆ ਨਿਰੰਕਾਰਾ, ਇੱਥੇ ਸਤਿਗੁਰੂ ਵਸਦਾ ਹੈ ਭਾਈ। ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਦੀ ਵਿਸਾਖੀ ਆਉਂਦੀ ਹੈ। ਉਹ ਕਹਿੰਦੇ ਵੀ ਸਿੱਖਾਂ ਦਾ ਜਥਾ ਨਾ ਆ ਰਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ, ਤੇ ਰਸਤੇ ਦੇ ਵਿੱਚ ਇੱਕ ਸਿੱਖ ਨੂੰ ਨਾ ਉਹ ਖਾਂਸੀ ਛਿੜ ਗਈ। ਤੋ ਸੰਗਤ ਦੇ ਵਿੱਚ ਕੋਈ ਸ਼ਹਿਦ ਲੈ ਕੇ ਆ ਰਿਹਾ ਸੀ ਨਾਲ, ਭਾਈ ਕੱਟੂ ਦੀ ਸਾਖੀ ਸੁਣਾਈ ਜਾਂਦੀ ਹੁੰਦੀ ਇੱਦਾਂ, ਉਹ ਸ਼ਹਿਦ ਲੈ ਕੇ ਆ ਰਿਹਾ ਸੀ ਤੇ ਉਹ ਜਦੋਂ ਉਹਨੂੰ ਖਾਂਸੀ ਛਿੜ ਗਈ ਤੇ ਕਿਸੇ ਨੇ ਕਿਹਾ ਵੀ ਭਾਈ ਜੇ ਕਿਤੇ ਕਿਸੇ ਦੇ ਕੋਲ ਸ਼ਹਿਦ ਹੈਗਾ ਤੇ ਦੇ ਦਿਓ, ਇਹਦੀ ਜਿਹੜਾ ਉਹ ਲੱਗਾ ਹੋਇਆ ਇਹਨੂੰ ਖਾਂਸੀ ਲੱਗੀ ਹੈ ਹਟ ਜਾਵੇਗੀ। ਤੋ ਉਹਨੇ ਲੁਕਾ ਲਿਆ ਵੀ ਮੈਂ ਗੁਰੂ ਸਾਹਿਬ ਲਈ ਰੱਖਣਾ ਹੈ, ਮੈਂ ਇੱਦਾਂ ਕਿਸੇ ਨੂੰ ਕਿੱਥੇ ਦੇ ਦੇਵਾਂ। ਉਹ ਕਹਿੰਦੇ ਜਦੋਂ ਅਗਲੇ ਦਿਨ ਗੁਰੂ ਸਾਹਿਬ ਦੇ ਅੱਗੇ ਲੈ ਕੇ ਆਇਆ ਤੇ ਉਹ ਸ਼ਾਇਦ ਖਰਾਬ ਹੋ ਗਿਆ। ਤੇ ਮਹਾਰਾਜ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਵੀ ਕੀ ਭਾਵ ਵਰਤਿਆ? ਸਤਿਗੁਰੂ ਕਹਿੰਦੇ ਜਦੋਂ ਉੱਥੇ ਮੰਗਿਆ ਸੀ ਉਦੋਂ ਤਾਂ ਦਿੱਤਾ ਨਹੀਂ ਗਿਆ ਤੁਹਾਡੇ ਕੋਲੋਂ, ਤੇ ਹੁਣ ਇਸ ਜਿਹੜਾ ਹੈ ਇਸ ਸ਼ਹਿਦ ਦਿੱਤੇ ਦਾ ਕੀ ਫਾਇਦਾ ਹੋਵੇਗਾ? ਇਹ ਕੀ ਭਾਵ ਸੀ? ਇਹ ਸਿੱਖਣਾ ਸੀ ਇਸ ਗੱਲ ਨੂੰ ਵੀ ਤੁਸੀਂ ਅੱਗੇ ਪਿੱਛੇ ਹੋ ਕੇ ਗੁਰੂ ਸਾਹਿਬ ਦੇ ਸਾਹਮਣੇ ਇਹ ਗੱਲ ਕਹੋ ਵੀ ਮੈਂ ਬੜਾ ਕੁਝ ਵੰਡਦਾ ਪਿਆ ਹਾਂ। ਮਤਲਬ ਤੇ ਉਦੋਂ ਹੈ ਵੀ ਬਾਕੀ ਸੰਗਤ ਨੂੰ ਵੀ ਅਸੀਂ ਬਰਾਬਰੀ ਦੇ ਸਿਧਾਂਤ ਦੇ ਉੱਤੇ ਲੈ ਕੇ ਚੱਲਦੇ ਹਾਂ ਕਿ ਨਹੀਂ, ਕਿਉਂਕਿ ਸੰਗਤ ਦੇ ਵਿੱਚ ਰੱਬ ਵਸਦਾ ਪਿਆ ਹੈ, ਗੁਰੂ ਵਸਦਾ ਪਿਆ ਹੈ। ਮੈਨੂੰ ਨਹੀਂ ਦਿਸਦਾ, ਕਿਸੇ ਹੋਰ ਨੂੰ ਨਹੀਂ ਦਿਸਦਾ, ਤੇ ਕੀ ਸਤਿਗੁਰੂ ਨੂੰ ਵੀ ਨਹੀਂ ਦਿਸਦਾ? ਸੰਗਤ ਦਾ ਭਾਵ ਇੱਦਾਂ ਹੈ, ਇਹਨੂੰ ਰੱਬੀ ਬੰਦਿਆਂ ਦਾ ਇਕੱਠ ਜਾਣੋ, ਇੱਥੇ ਸਤਿਗੁਰੂ ਵਸਦਾ ਪਿਆ ਹੈ। ਭਾਈ ਬਾਬਾ ਬਲਵੰਡ ਇੱਕ ਗੱਲ ਨੂੰ ਕਹਿੰਦੇ ਨੇ, ਉਹ ਕਹਿੰਦੇ ਨੇ
ਦਰ ਦਰਵੇਸ਼ ਖਸਮਦੈ ਨਾਏ ਸੱਚੈ ਬਾਣੀ ਲਾਲੀ। ਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰ ਦੇ ਉੱਤੇ ਜਿਹੜੀ ਸੰਗਤ ਆਉਂਦੀ ਹੈ ਨਾ, ਉਹ ਇਦਾਂ ਦੀ ਹੈ। ਦਰ ਸੇਵੇ ਉਮਤ ਖੜੀ ਮਸਕੱਲੇ ਹੋਏ ਜੰਗਾਲੀ, ਦਰ ਦਰਵੇਸ਼ ਖਸਮਦੈ ਨਾਏ ਸੱਚੈ ਬਾਣੀ ਲਾਲੀ। ਜਿੱਦਾਂ ਰੇਗਮਾਰ ਦੇ ਨਾਲ ਉਹ ਲੋਹੇ ਤੋਂ ਉੱਤੋਂ ਜੰਗਾਲ ਲਾ ਦਿੱਤਾ ਜਾਂਦਾ ਸੀ ਨਾ, ਇਦਾਂ ਸੰਗਤ ਆਪਣੀ ਮੈਲ ਦੂਰ ਕਰਦੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ, ਗੁਰੂ ਅੰਗਦ ਸਾਹਿਬ ਦੇ ਘਰ ਦੇ ਵਿੱਚ ਆ ਕੇ। ਇੱਥੇ ਗੁਰੂ ਵਸਦਾ ਪਿਆ ਹੈ। ਮੈਂ ਇੱਥੇ ਆ ਕੇ ਵਿਤਕਰੇ ਛੱਡਣੇ ਨੇ। ਜੇ ਇੱਥੇ ਹੀ ਆ ਕੇ ਮੇਰੇ ਅੰਦਰ ਵਿਤਕਰੇ ਪਏ ਰਹੇ ਨੇ ਵੀ ਉਹ ਚੰਗਾ ਨਹੀਂ, ਉਹ ਜ਼ਿਆਦਾ ਚੰਗਾ ਹੈ, ਤੇ ਫਿਰ ਮੈਂ ਸਮਝ ਲਓ ਵੀ ਉਹ ਜਿਹੜਾ ਰੇਗਮਾਰ ਵਾਲਾ ਕੰਮ ਮੇਰੇ ਮਨ ਦੇ ਉੱਤੇ ਹੋਣਾ ਸੀ ਨਾ, ਉਹ ਨਹੀਂ ਹੋ ਪਾਇਆ। ਤੇ ਜਿਸ ਜੋ ਲੋਹੇ ਦੇ ਉੱਤੇ ਰਸਟ ਉੱਦਾਂ ਹੀ ਰਵੇ, ਜੰਗ ਲੱਗਾ ਹੀ ਹੋਵੇ, ਉਹਨੂੰ ਤਾਂ ਪੇਂਟ ਵੀ ਨਹੀਂ ਕੀਤਾ ਜਾਂਦਾ, ਤੇ ਸਾਨੂੰ ਕੀ ਨਵਾਂ ਰੰਗ ਚੜ੍ਹੇਗਾ। ਉਹੀ ਖਿਆਲ ਲੈ ਕੇ ਵਾਪਸ ਮੁੜ ਗਏ। ਭਾਈ ਸੰਗਤ ਦੇ ਵਿੱਚ ਸਤਿਗੁਰੂ ਵਸਦਾ ਹੈ। ਮੈਂ ਫੇਰ ਕਹਿ ਦੇਵਾਂ, ਕਦੀ ਕੁਝ ਗੱਲਾਂ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ ਵੀ ਕੀ ਹੋ ਗਿਆ ਗੁਰਦੁਆਰੇ। ਹੋ ਸਕਦਾ ਹੈ ਕੁਝ ਮੈਨੂੰ ਨਜ਼ਰ ਨਾ ਆਵੇ ਵੀ ਕੀ ਹੋ ਗਿਆ ਗੁਰਦੁਆਰੇ। ਸਤਿਗੁਰੂ ਤੇ ਨਿਆਣਾ ਨਹੀਂ ਹੈ, ਸਤਿਗੁਰੂ ਤੇ ਬੱਚਾ ਨਹੀਂ ਹੈ, ਉਹਨੂੰ ਤਾਂ ਸਾਰਾ ਕੁਝ ਨਜ਼ਰ ਆਉਂਦਾ ਹੈ। ਸਤਿਗੁਰੂ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ, ਸਾਧ ਸੰਗਤ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ, ਭਾਏ ਭਗਤ ਗੁਰਮੁਖ ਨਿਸਤਾਰਾ। ਜਿਹੜੇ ਗੁਰਮੁਖ ਨੇ ਉਹਨਾਂ ਦਾ ਪਿਆਰ ਦੀ ਭਗਤੀ ਕਰਕੇ ਨਿਸਤਾਰਾ ਹੁੰਦਾ ਹੈ। ਮੁੱਖ ਭਾਵ ਕੀ ਸੋਚਿਆ ਹੈ ਭਾਈ? ਅਕਾਲ ਪੁਰਖ ਵਾਹਿਗੁਰੂ ਨੇ ਆ ਜਿਹੜਾ ਬ੍ਰਹਮੰਡ ਸਾਡੇ ਸਾਹਮਣੇ ਸਾਡੇ ਲਈ ਰਚ ਦਿੱਤਾ, ਇੱਦਾਂ ਕਹਿ ਲਓ। ਹੁਣ ਇਹ ਰਚਿਆ ਹੈ ਗੁਰਮੁਖ ਇਸ ਸਮੇਂ ਦੇ ਵਿੱਚ ਪਿਆਰ ਦੀ ਭਗਤੀ ਕਰਦੇ ਨੇ, ਤੇ ਪਿਆਰ ਉਹਨਾਂ ਦਾ ਇੱਦਾਂ ਨਹੀਂ ਵੀ ਅੱਧਿਆਂ ਦੇ ਨਾਲ ਜ਼ਿਆਦਾ ਤੇ ਅੱਧਿਆਂ ਦੇ ਨਾਲ ਘੱਟ। ਉਸ ਸੰਗਤ ਦੇ ਵਿੱਚ ਇੱਦਾਂ ਵਿਚਰਦੇ ਨੇ ਭਾਈ, ਮੈਂ ਕਿਸੇ ਬੰਦੇ ਲਈ ਨਹੀਂ ਵਿਚਰਦਾ ਪਿਆ, ਮੈਂ ਤਾਂ ਗੁਰੂ ਨਾਨਕ ਲਈ ਵਿਚਰਦਾ ਪਿਆ ਹਾਂ। ਮੇਰਾ ਸੰਬੰਧ ਗੁਰੂ ਨਾਨਕ ਦੇ ਨਾਲ ਹੈ, ਕਿਸੇ ਬੰਦੇ ਦੇ ਨਾਲ ਨਹੀਂ ਹੈ। ਇੱਦਾਂ ਸੰਗਤ ਦੇ ਵਿੱਚ ਵਿਚਰਦੇ ਨੇ ਕਿਉਂਕਿ ਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ। ਤੇ ਫਿਰ ਇੱਥੇ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ। ਜਦੋਂ ਹਾਜ਼ਰ ਨਾਜ਼ਰ ਜਾਣਦੇ ਨੇ ਤੇ ਫਿਰ ਇਸ ਤਰੀਕੇ ਦੇ ਨਾਲ ਉਹ ਮਹਾਰਾਜ ਦੇ ਇਸ ਸੰਗਤ ਦੇ ਵਿੱਚ, ਉਹਦੇ ਪਿਆਰ ਦੇ ਵਿੱਚ, ਉਹਦੇ ਭੈ ਦੇ ਵਿੱਚ ਵਿਚਰਦੇ ਨੇ। ਭਾਏ ਭਗਤ ਗੁਰਮੁਖ ਨਿਸਤਾਰਾ, ਗੁਰਮੁਖਾਂ ਦਾ ਨਿਸਤਾਰਾ ਪਿਆਰ ਦੀ ਭਗਤੀ ਕਰਕੇ ਹੁੰਦਾ ਹੈ। ਗੁਰੂ ਬਖਸ਼ਿਸ਼ ਦੇ ਸਦਕਾ ਇਹ ਜੋ ਪੌੜੀ ਹੈ ਅਸੀਂ ਵਿਚਾਰੀ ਹੈ, ਮੁੱਖ ਭਾਵ ਇਹਦਾ ਇਹੀ ਹੈ, ਸੰਗਤ ਦੇ ਵਿੱਚ ਇੱਦਾਂ ਵਿਚਰੀਏ ਵੀ ਸੰਗਤ ਨੂੰ ਇੱਕ ਤੇ ਰੱਬੀ ਬੰਦਿਆਂ ਦਾ ਇਕੱਠ ਮੰਨੀਏ। ਇਹਨੂੰ ਅਧਿਆਤਮਿਕ ਜੀਵਨ ਦੇ ਵਿੱਚ ਇਹ ਬੜਾ ਇੰਪੋਰਟੈਂਟ ਸਾਡੀ ਸਟੇਜ ਹੈ। ਦੂਜੇ ਨੰਬਰ ਦੇ ਉੱਤੇ ਇੱਦਾਂ ਕਰੀਏ, ਜਦੋਂ ਸਾਡੇ ਕੋਲ ਵਰਤਾਉਣ ਦਾ ਮੌਕਾ ਆਵੇ, ਕੋਈ ਵੀ ਚੀਜ਼ ਵਰਤਾ ਰਹੇ, ਉਦੋਂ ਕਿਸੇ ਨਾਲ ਵਿਤਕਰਾ ਨਾ ਹੋ ਜਾਵੇ, ਨਹੀਂ ਤੇ ਫਿਰ ਦਿੱਕਤ ਹੈ। ਗੁਰੂ ਤੇ ਵੇਖਦਾ ਹੀ ਪਿਆ ਹੈ ਨਾ। ਇਸ ਕਰਕੇ ਮਹਾਰਾਜ ਬਖਸ਼ ਲਵੇ। ਇਹ ਕੁਝ ਖਿਆਲ ਆਪ ਜੀ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੀ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।